ਲੋਕ ਪਰਲੋਕ ਸਹਾਏ ਹਾਜ਼ਰ ਨਾਜ਼ਰ ਵਾਲੀਏ ਕੁਲ ਆਲਮ ਦੋ ਜਹਾਂ ਮਾਲਕ। ਗੱਦੀ ਤੇ ਬਿਰਾਜਮਾਨ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਦੇ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਆਏ ਮੁੱਖ ਵਾਕ ਦੇ ਅੱਖਰੀ ਵਿਚਾਰ। ਅੱਜ ਦੇ ਪਾਵਨ ਹੁਕਮ ਦੀ ਬਖਸ਼ਿਸ਼ ਦੇ ਅੱਖਰੀ ਅਰਥ ਇਸ ਪ੍ਰਕਾਰ ਹਨ ਜੀ। ਅੱਜ ਦੇ ਪਾਵਨ ਹੁਕਮ, ਅੱਜ ਦੇ ਪਾਵਨ ਮੁੱਖ ਵਾਕ ਸ਼੍ਰੋਮਣੀ ਭਗਤ ਕਬੀਰ ਜੀ ਤਿੰਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਤੇ ਲੰਗ ਰਾਗ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਪਾਵਨ ਅੰਗ 727 ਦੇ ਉੱਪਰ ਸੁਭਾਏਮਾਨ ਹਨ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਮੂਹ ਸੰਗਤਾਂ ਆਪਣੀਆਂ ਹਾਜ਼ਰੀਆਂ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਲਗਾਓ, ਹੱਥ ਜੋੜੋ, ਮਸਤਕ ਝੁਕਾਓ, ਗੱਜ ਕੇ ਫਤਿਹ ਬੁਲਾਓ ਜੀ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਪ੍ਰਵਾਨ ਹੋਵੇ। ਗੁਰੂ ਪਿਆਰੀ ਸਾਧ ਸੰਗਤ ਜੀਓ, ਬਿਰਤੀਆਂ ਇਕਾਗਰ ਚਿੱਤ ਕਰੋ। ਆਪਾਂ ਅੱਜ ਦੇ ਪਾਵਨ ਹੁਕਮ ਦੀ ਬਖਸ਼ਿਸ਼ ਦੇ ਨਾਲ ਅੱਜ ਦੇ ਪਾਵਨ ਮੁੱਖ ਵਾਕ ਦੇ ਸ਼ਬਦੀ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੇ ਲੰਗ ਬਾਣੀ ਭਗਤਾਂ ਕੀ ਕਬੀਰ ਜੀ। ਤੇ ਲੰਗ ਬਾਣੀ ਭਗਤਾਂ ਕੀ ਕਬੀਰ ਜੀ। ਰਾਗ ਤਲੰਗ ਦੇ ਅੰਦਰ ਭਗਤਾਂ ਦੀ ਬਾਣੀ ਦੇ ਵਿੱਚ ਸ਼੍ਰੋਮਣੀ ਭਗਤ ਕਬੀਰ ਜੀ ਬਖਸ਼ਿਸ਼ ਕਰ ਰਹੇ ਹਨ ਅੱਜ ਦੇ ਪਾਵਨ ਹੁਕਮ, ਪਾਵਨ ਉਪਦੇਸ਼। ਸਾਧ ਸੰਗਤ ਜੀ, ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਭਗਤ ਕਬੀਰ ਜੀ ਕੀ ਫਰਮਾਨ ਕਰਦੇ ਨੇ। ਆਓ ਆਪਾਂ ਉਸ ਹੁਕਮ ਦੇ ਨਾਲ, ਉਸ ਗੁਰ ਸ਼ਬਦ ਦੀ ਵਿਚਾਰ ਦੇ ਨਾਲ, ਅੱਖਰੀ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰੀਏ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਮਿਲਦਾ ਹੈ। ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਸਾਧ ਸੰਗਤ ਜੀ ਉਸ ਮਾਲਕ ਦਾ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਮੰਗਲਾ ਉਚਾਰਨ ਭਗਤ ਜੀ ਕਰ ਰਹੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ ਭਾਵ ਅਕਾਲ ਪੁਰਖ ਭਾਵ ਪਰਮਾਤਮਾ ਇੱਕ ਹੈ। ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਗੁਰੂ ਦੀ ਅਸੀਸ ਦੇ ਸਦਕਾ, ਗੁਰੂ ਦੀ ਬਖਸ਼ਿਸ਼ ਦੇ ਸਦਕਾ, ਜੇ ਗੁਰੂ ਕਿਰਪਾ ਰਹਿਮਤ ਕਰੇ ਤਦੇ ਹੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀਵਾਂ ਨੂੰ ਮਿਲਦਾ ਹੈ। ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਕਤੇਬ ਕਹਿੰਦੇ ਨੇ ਪੱਛਮੀ ਮਤਾਂ ਦੇ ਧਰਮ ਪੁਸਤਕ। ਤੌਰੇਤ, ਜੰਬੂਰ, ਅਜੀਲ, ਕੁਰਾਨ, ਇਹ ਸਾਧ ਸੰਗਤ ਜੀ ਪੱਛਮੀ ਮਤਾਂ ਦੇ ਜਿਹੜੇ ਧਰਮ ਪੁਸਤਕ ਨੇ। ਤੌਰੇਤ, ਜੰਬੂਰ, ਅਜੀਲ ਤੇ ਕੁਰਾਨ,
ਇਹਨਾਂ ਨੂੰ ਕਤੇਬ ਕਿਹਾ ਜਾਂਦਾ ਹੈ। ਇਫਤਰਾ ਭਾਵ ਬਨਾਵਟ ਯਾਨੀ ਕਿ ਨਕਲੀ, ਅਸਲੀਅਤ ਨਾਲੋਂ ਵਧਾ ਕੇ ਦੱਸੀਆਂ ਹੋਈਆਂ ਗੱਲਾਂ ਝੂਠੀਆਂ, ਫਿਕਰ, ਸਹਿਮ, ਅਸ਼ਾਂਤੀ। ਹੁਣ ਸਮਝਣ ਦਾ ਯਤਨ ਕਰਿਓ ਸਾਧ ਸੰਗਤ ਜੀ। ਭਗਤ ਜੀ ਬਖਸ਼ਿਸ਼ ਕਰ ਰਹੇ ਨੇ ਪਹਿਲੀ ਪੰਕਤੀ ਦੇ ਅੰਦਰ, ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਵਾਦ ਵਿਵਾਦ ਦੀ ਖਾਤਰ। ਫਿਕਰ ਕਹਿੰਦੇ ਨੇ ਸੋਚ ਨੂੰ, ਚਿੰਤਾ ਨੂੰ, ਅਸ਼ਾਂਤੀ ਨੂੰ। ਵਾਦ ਵਿਵਾਦ ਦੀ ਖਾਤਰ ਵੇਦਾਂ ਕਤੇਬਾਂ ਦੇ ਹਵਾਲੇ ਦੇ ਕੇ ਵੱਧ ਗੱਲਾਂ ਕਰਨ ਨਾਲ ਮਨੁੱਖ ਦੇ ਆਪਣੇ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਦਿਲ ਦੀ ਚਿੰਤਾ ਸਾਧ ਸੰਗਤ ਜੀ ਦੂਰ ਨਹੀਂ ਹੁੰਦੀ। ਦਿਲ ਕੀ ਹੈ? ਮਨ ਹੈ, ਚਿੱਤ, ਅੰਤఃਕਰਨ। ਵਾਦ ਵਿਵਾਦ ਦੀ ਖਾਤਰ ਵੇਦਾਂ ਦੇ ਕਤੇਬਾਂ ਦੇ ਹਵਾਲੇ ਦੇ ਕੇ ਵੀ ਉਸ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਉਸ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ। ਵੇਦ ਜਿਹੜੇ ਗਿਆਨ ਭਰੇ ਗ੍ਰੰਥ ਹਿੰਦੂਆਂ ਦੇ ਧਾਰਮਿਕ ਗ੍ਰੰਥ ਨੇ, ਤੇ ਕਤੇਬ ਮੁਸਲਮਾਨਾਂ ਦੇ ਗ੍ਰੰਥ ਨੇ ਸਾਧ ਸੰਗਤ ਜੀ, ਜਿੰਦੇ ਚੋਂ ਕੁਰਾਨ ਆ ਜਾਂਦਾ, ਜੀਲ ਆ ਜਾਂਦਾ, ਤੌਰੇਤ, ਜ਼ਬੂਰ ਆ ਜਾਂਦਾ ਹੈ। ਪਾਤਸ਼ਾਹ ਬਖਸ਼ਿਸ਼ ਕਰਦੇ ਨੇ 5 ਵਕਤ ਨਿਵਾਜ ਗੁਜ਼ਾਰੇ, ਪੜ੍ਹੈ ਕਤੇਬ ਪੁਰਾਨਾ, ਸੱਚ ਕਤੇਬ ਬਖਾਨੇ, ਅਲਹੋ ਨਾਰੀ ਪੁਰਖ ਨਹੀਂ ਕੋਈ। ਭਗਤ ਜੀ ਕਹਿ ਰਹੇ ਨੇ ਕਿ ਵਾਦ ਵਿਵਾਦ ਦੀ ਖਾਤਰ, ਲੜਾਈ ਝਗੜੇ ਦੀ ਖਾਤਰ, ਕਲੇਸ਼ ਦੀ ਖਾਤਰ, ਦਵੈਸ਼ ਦੀ ਖਾਤਰ ਵੇਦਾਂ ਵਾਲੇ ਵੇਦਾਂ ਦੇ ਤੇ ਕਤੇਬਾਂ ਵਾਲੇ ਕਤੇਬਾਂ ਦੇ ਹਵਾਲੇ ਦੇ ਕੇ ਨਾ ਵੀ ਸਾਡੀ ਧਾਰਮਿਕ ਜਿਹੜਾ ਗ੍ਰੰਥ ਆ ਉਸ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ, ਵਧਾ ਚੜਾ ਕੇ ਗੱਲਾਂ ਕਰਦੇ ਨੇ। ਪਰ ਭਗਤ ਜੀ ਕਹਿੰਦੇ ਇਸ ਤਰ੍ਹਾਂ ਕਰਨ ਦੇ ਨਾਲ ਮਨੁੱਖ ਆਪਣੇ ਦਿਲ ਦਾ ਸਹਿਮ ਦੂਰ ਨਹੀਂ ਕਰ ਸਕਦਾ। ਟੁਕ ਦਮ ਕਰਾਰੀ ਜੋਂ ਕਰਹੁ, ਹਾਜ਼ਰ ਹਜ਼ੂਰ ਖੁਦਾਏ। ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਟੁਕ ਕਹਿੰਦੇ ਨੇ ਰਤਾ, ਟੁਕ ਦਮ ਪਲਕ ਭਰ ਕਰਾਰੀ ਟਿਕਾਓ, ਇਕਾਗਰਤਾ। ਜਿਉਂ ਜੇ ਹਾਜ਼ਰ ਹਜ਼ੂਰ ਹਰ ਥਾਂ ਮੌਜੂਦ ਖੁਦਾਏ ਰੱਬ ਪਰਮਾਤਮਾ, ਜੇ ਤੁਸੀਂ ਆਪਣੇ ਮਨ ਨੂੰ ਪਲਕ ਭਰ ਹੀ ਟਿਕਾਓ। ਹੁਣ ਸਮਝਣ ਦਾ ਯਤਨ ਕਰਿਓ ਸਾਧ ਸੰਗਤ ਜੀ, ਪਲਕ ਭਰ ਟਿਕਾਉਣਾ ਤਾਂ ਤੁਹਾਨੂੰ ਸਭਨਾਂ ਦੇ ਵਿੱਚ ਰੱਬ ਵਸਦਾ ਦਿਸੇਗਾ। ਕਿਸੇ ਦੇ ਵਿਰੁੱਧ ਤਰਕ ਕਰਨ ਦੀ ਲੋੜ ਨਹੀਂ ਪਏਗੀ। ਹੁਣ ਭਗਤ ਜੀ ਕਹਿੰਦੇ ਨੇ ਕਿ ਭਾਈ ਤੁਸੀਂ ਟੁਕ ਦਮ ਕਰਾਰੀ ਜਿਉਂ ਕਰੋ, ਪਲਕ ਭਰ। ਹੁਣ ਪਲਕ ਭਰ ਤੋਂ ਭਾਵ ਆ ਸਾਧ ਸੰਗਤ ਜੀ ਆਪਣੀਆਂ ਅੱਖਾਂ ਦੀਆਂ ਪਲਕਾਂ। ਪਲਕ ਭਰ ਨੂੰ ਕਹਿੰਦੇ ਨੇ ਅੱਖ ਨੂੰ ਝਮਕਣਾ, ਪਲਕ ਨੂੰ ਬੰਦ ਕਰਕੇ ਖੋਲ੍ਹਣਾ। ਭਗਤ ਜੀ ਕਹਿੰਦੇ ਨੇ ਕਿ ਭਾਈ ਜੇਕਰ ਤੁਸੀਂ ਇੰਨਾ ਸਮਾਂ ਹੀ ਪਲਕ ਭਰ ਹੀ ਜੇਕਰ ਤੁਸੀਂ ਆਪਣੇ ਮਨ ਨੂੰ ਟਿਕਾ ਲਿਆ ਤਾਂ ਤੁਹਾਨੂੰ ਸਭਨਾਂ ਦੇ ਵਿੱਚ ਰੱਬ ਵਸਦਾ ਦਿਸੇਗਾ। ਹੁਣ ਆਪਾਂ ਮਾੜੀ ਜੀ ਅੰਦਰ ਝਾਤ ਮਾਰ ਕੇ ਵੇਖੀਏ ਵੀ ਆਪਾਂ ਨੂੰ ਕਿੰਨੇ ਕੁ ਲੋਕਾਂ ਦੇ ਵਿੱਚ ਰੱਬ ਵਸਦਾ ਦਿਸਦਾ ਏ। ਕਿ ਸਾਡੀ ਬਿਰਤੀ ਇਹ ਹੈ ਜੋ ਭਗਤ ਜੀ ਬਖਸ਼ਿਸ਼ ਕਰਦੇ ਨੇ ਕਿ ਤੁਹਾਨੂੰ ਸਭਨਾਂ ਦੇ ਵਿੱਚ ਰੱਬ ਵਸਦਾ ਦਿਸੇਗਾ। ਕਿ ਸਾਡੀ ਬਿਰਤੀ ਇਹ ਬਣੀ ਹੋਈ ਆ ਜਾਂ ਨਹੀਂ। ਤੇ ਉਸ ਤੋਂ ਬਾਅਦ ਭਗਤ ਜੀ ਕਹਿੰਦੇ ਨੇ ਕਿ ਕਿਸੇ ਦੇ ਵਿਰੁੱਧ ਤਰਕ ਕਰਨ ਦੀ ਲੋੜ ਨਹੀਂ ਪਵੇਗੀ। ਮਨੁੱਖ ਜੀਵ ਉਤਨੀ ਦੇਰ ਤਰਕ ਕਰਦਾ ਹੈ ਜਿਤਨੀ ਦੇਰ ਉਹ ਆਪਣੇ ਆਪ ਨੂੰ ਸਿਆਣਾ ਸਮਝਦਾ। ਜਿਤਨੀ ਦੇਰ ਉਹ ਇਹ ਸਮਝਦਾ ਹੈ ਕਿ ਮੈਨੂੰ ਦੁਨੀਆਦਾਰੀ ਦੀ ਬਹੁਤ ਨੌਲੇਜ ਆ, ਜਾਂ ਮੇਰੇ ਕੋਲੇ ਬਹੁਤ ਪੜ੍ਹ ਗੱਡੀ ਲੱਦੀਏ, ਭਾਵ ਮੈਂ ਤਾਂ ਬਹੁਤ ਪੜ੍ਹਾਈਆਂ ਕੀਤੀਆਂ ਨੇ, ਗੱਡੇ ਕਿਤਾਬਾਂ ਦੇ ਭਰੇ ਪਏ ਨੇ, ਲੱਦੇ ਪਏ ਨੇ ਲਾਇਬ੍ਰੇਰੀਆਂ, ਵੀ ਮੇਰੇ ਜਿੰਨਾ ਤਾਂ ਕਿਸੇ ਨੂੰ ਗਿਆਨ ਹੈ ਹੀ ਨਹੀਂ। ਜਦੋਂ ਮੈਂ ਮੇਰੇ ਜਿੰਨਾ ਹੋ ਜਾਂਦਾ ਨਾ ਸਾਧ ਸੰਗਤ ਜੀ, ਫਿਰ ਉਦੋਂ ਤਰਕ ਦੀ ਸ਼ੁਰੂਆਤ ਹੋ ਜਾਂਦੀ ਹੈ।
ਪਰ ਭਗਤ ਜੀ ਕਹਿੰਦੇ ਨੇ ਜੇਕਰ ਤੁਸੀਂ ਮਨ ਨੂੰ ਇਕਾਗਰ ਚਿੱਤ ਕਰਕੇ ਟਿਕਾ ਕੇ ਦੇਖੋਗੇ ਤਾਂ ਤੁਹਾਨੂੰ ਸਭ ਦੇ ਵਿੱਚ ਪਰਮਾਤਮਾ ਵਸਦਾ ਦਿਸੇਗਾ, ਰੱਬ ਵਸਦਾ ਦਿਸੇਗਾ। ਕਿਸੇ ਦੇ ਵਿਰੁੱਧ ਤਰਕ ਕਰਨ ਦੀ ਲੋੜ ਨਹੀਂ ਪਏਗੀ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਬੰਦੇ ਤੋਂ ਕਹਿੰਦੇ ਨੇ ਹੇ ਮਨੁੱਖ, ਪਰੇਸ਼ਾਨੀ ਘਬਰਾਹਟ ਆਪਣੇ ਹੀ ਦਿਲ ਨੂੰ ਹਰ ਵੇਲੇ ਖੋਜ, ਆਪਣੇ ਹੀ ਦਿਲ ਨੂੰ ਹਰ ਵੇਲੇ ਖੋਜ। ਬਹਿਸ ਮੁਬਹਾਸੇ ਦੀ ਘਬਰਾਹਟ ਦੇ ਵਿੱਚ ਨਾ ਪਰ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਫਿਰ ਤੈਨੂੰ ਪਰੇਸ਼ਾਨੀ ਨਹੀਂ ਰਹੇਗੀ ਜਦੋਂ ਤੂੰ ਹਰ ਰੋਜ਼ ਆਪਣੇ ਮਨ ਨੂੰ ਖੋਜੇਂਗਾ। ਹੁਣ ਮਨ ਖੋਜਣਾ ਕਿਵੇਂ ਹੈ? ਸਾਧ ਸੰਗਤ ਜੀ, ਹੁਣ ਭਗਤ ਜੀ ਕਹਿੰਦੇ ਨੇ ਕਿ ਭਾਈ ਮਨ ਨੂੰ ਖੋਜ, ਬੰਦੇ ਖੋਜ ਦਿਲ ਹਰ ਰੋਜ਼, ਵੀ ਦਿਲ ਨੂੰ ਖੋਜ ਹਰ ਰੋਜ਼ ਹਰ ਵੇਲੇ, ਨਾ ਫਿਰ ਪਰੇਸ਼ਾਨੀ ਮਾਏ। ਤੇਰੀਆਂ ਪਰੇਸ਼ਾਨੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ। ਤੇ ਘਬਰਾਹਟ ਦੇ ਵਿੱਚ, ਬਹਿਸ ਮੁਹਾਵਸੇ ਦੀ ਘਬਰਾਹਟ ਦੇ ਵਿੱਚ ਨਾ ਭੜਕ। ਖੋਜਣਾ ਕਿਵੇਂ ਆ? ਤਾਂ ਭਗਤ ਜੀ ਕਹਿੰਦੇ ਨੇ ਵੀ ਭਾਈ ਖੋਜ ਤਾਂ ਖੋਜਣਾ ਕਿਵੇਂ ਆ? ਮੇਰੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਮਾਝ ਰਾਗ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਮਿਲ ਸਤ ਸੰਗਤ ਖੋਜ ਦਸਾਈ। ਮਿਲ ਸਤ ਸੰਗਤ, ਮਿਲ ਸਤ ਸੰਗਤ। ਸਤ ਸੰਗਤ ਦੇ ਵਿੱਚ ਬੈਠ ਕੇ, ਸਤ ਸੰਗਤ ਦੇ ਨਾਲ ਬੈਠ ਕੇ ਖੋਜ ਦਸਾਈ। ਆਪਣੇ ਮਨ ਨੂੰ ਖੋਜਣਾ ਹੈ ਸਾਧ ਸੰਗਤ ਜੀ, ਹੋਰ ਕੋਈ ਤਰੀਕਾ ਹੈ ਨਹੀਂ ਖੋਜਣ ਦਾ। ਸਤ ਸੰਗਤ ਦੇ ਵਿੱਚ ਬੈਠ ਕੇ ਹੀ ਖੋਜਣਾ ਹੈ। ਤੇ ਫਿਰ ਉਸ ਤੋਂ ਬਾਅਦ ਜਿਹੜੀ ਤੇਰੀ ਪਰੇਸ਼ਾਨੀ ਆ ਉਹ ਖਤਮ ਹੋ ਜਾਵੇਗੀ। ਇਹ ਜੋ ਦੁਨੀਆ ਸੇ ਹਰ ਮੇਲਾ, ਦਸਤਗੀਰੀ ਨਾਹੇ ਰਹਾਉ। ਇਹ ਜੋ ਦੁਨੀਆ ਸੇ ਹਰ ਮੇਲਾ, ਦਸਤਗੀਰੀ ਨਾਹੇ ਰਹਾਉ। ਇਸ ਰਹਾਉ ਵਾਲੇ ਬੰਦ ਦੇ ਅੰਦਰ ਭਗਤ ਜੀ ਬਖਸ਼ਿਸ਼ ਕਰ ਰਹੇ ਹਨ। ਸਿਹਰ ਕਹਿੰਦੇ ਨੇ ਸਾਧ ਸੰਗਤ ਜੀ ਜਾਦੂ ਨੂੰ, ਉਹ ਜਿਸ ਦੀ ਅਸਲੀਅਤ ਕੁਝ ਹੋਰ ਹੋਵੇ ਪਰ ਵੇਖਣ ਨੂੰ ਕੁਝ ਹੋਰ ਅਜੀਬ ਅਤੇ ਮਨਮੋਹਣਾ ਲੱਗੇ। ਮਨਮੋਹਣਾ ਦਿਸਦਾ ਵੀ ਹੋਵੇ ਤੇ ਮੇਲੇ ਕਹਿੰਦੇ ਨੇ ਤਮਾਸ਼ੇ ਨੂੰ, ਖੇਡ ਨੂੰ। ਦਸਤਗੀਰੀ, ਦਸਤ ਭਾਵ ਹੱਥ, ਗੀਰੀ ਫੜਨਾ, ਹੱਥ ਪੱਲੇ ਪੈਣ ਵਾਲੀ ਚੀਜ਼, ਸਦਾ ਸਾਂਭ ਕੇ ਰੱਖਣ ਵਾਲੀ ਸ਼ੈ। ਇਸ ਪੰਕਤੀ ਦੇ ਅੰਦਰ ਭਗਤ ਜੀ ਰਹਾਉ ਭਾਵ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰ ਰਹੇ ਹਨ ਕਿ ਇਹ ਜਗਤ ਇੱਕ ਜਾਦੂ ਹੈ। ਇਹ ਸੰਸਾਰ, ਇਹ ਜਗਤ ਇੱਕ ਜਾਦੂ ਹੈ। ਇਹ ਤਮਾਸ਼ੇ ਜਿਹਾ ਹੈ। ਇਸ ਦੇ ਵਿੱਚੋਂ ਵਾਦ ਵਿਵਾਦ ਦੀ ਖਾਤਰ ਹੱਥ ਪੱਲੇ ਪੈਣ ਵਾਲੀ ਕੋਈ ਸ਼ੈ ਨਹੀਂ। ਵਾਦ ਵਿਵਾਦ ਦੀ ਖਾਤਰ ਹੱਥ ਪੱਲੇ ਪੈਣ ਵਾਲੀ ਸਾਧ ਸੰਗਤ ਜੀ ਕੋਈ ਸ਼ੈ ਨਹੀਂ ਹੈ। ਇੱਥੇ ਭਗਤ ਜੀ ਰਹਾਉ ਭਾਵ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਨੇ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ। ਦਰੋਗ ਕਹਿੰਦੇ ਨੇ ਝੂਠ ਨੂੰ। ਦਰੋਗ ਪੜ ਪੜ ਇਹ ਪੜ ਕੇ ਕਿ ਵੇਦ ਝੂਠੇ ਹਨ, ਜਾਂ ਇਹ ਪੜ ਕੇ ਕਿ ਕਤੇਬ ਝੂਠੇ ਹਨ। ਹੋਏ ਹੋ ਕੇ ਬੇਖਬਰ ਅਣਜਾਣ ਮਨੁੱਖ, ਬਾਦ ਝਗੜਾ ਬਹਿਸ ਕਰਦੇ ਨੇ, ਬਕਾਹੇ ਬੋਲਦੇ ਨੇ। ਬੇਸਮਝ ਲੋਕ ਅਨਮਤਾਂ ਦੇ ਧਰਮ ਪੁਸਤਕਾਂ ਬਾਰੇ ਇਹ ਪੜ ਪੜ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰਦੇ ਹਨ। ਬੇਖਬਰ ਹੋਣਾ ਸਾਧ ਸੰਗਤ ਜੀ, ਨਾ ਜਾਣਨ ਵਾਲੇ, ਬੇਸਮਝ। ਅਨਮਤਾਂ ਦੇ ਧਰਮ ਪੁਸਤਕਾਂ ਬਾਰੇ ਇਹ ਪੜ ਪੜ ਕੇ ਇਹਨਾਂ ਵਿੱਚ ਜੋ ਲਿਖਿਆ ਉਹ ਝੂਠ ਹੈ। ਇਹ ਖੁਸ਼ ਹੋ ਕੇ ਇੱਕ ਦੂਜੇ ਦੇ ਨਾਲ ਬਹਿਸ ਕਰਦੇ ਹਨ। ਹੱਕ ਸੱਚ ਖਾਲਕ ਖਲਕ ਮਿਆਨੇ, ਸਿਆਮ ਮੂਰਤ ਨਾਹੀਂ।
ਹੱਕ ਸੱਚ ਖਾਲਕ ਖਲਕ ਮਿਆਨੇ, ਸਿਆਮ ਮੂਰਤ ਨਾਹੀਂ। ਹੱਕ ਸੱਚ ਭਾਵ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਰੱਬ ਅਕਾਲ ਪੁਰਖ ਵਾਹਿਗੁਰੂ, ਮਿਆਨੇ ਵਿੱਚ ਸਿਆਮ ਮੂਰਤ ਕ੍ਰਿਸ਼ਨ ਜੀ ਦੀ ਮੂਰਤੀ ਨਾ ਹੈ ਰੱਬ ਨਹੀਂ, ਪਰ ਸਾਧ ਸੰਗਤ ਜੀ ਉਹ ਇਹ ਨਹੀਂ ਜਾਣਦੇ ਕਿ ਸਦਾ ਕਾਇਮ ਰਹਿਣ ਵਾਲਾ ਰੱਬ ਖਲਕਤ ਦੇ ਵਿੱਚ ਵੀ ਵਸਦਾ ਏ। ਸਦਾ ਕਾਇਮ ਰਹਿਣ ਵਾਲਾ ਰੱਬ ਸਾਧ ਸੰਗਤ ਜੀ ਕਿੱਥੇ ਵਸਦਾ ਏ? ਖਲਕਤ ਦੇ ਵਿੱਚ। ਨਾ ਤਾਂ ਉਹ ਵੱਖਰੇ ਸੱਤਵੇਂ ਅਸਮਾਨ ਤੇ ਬੈਠਾ ਏ ਤੇ ਨਾ ਹੀ ਉਹ ਪ੍ਰਮਾਤਮਾ ਕ੍ਰਿਸ਼ਨ ਦੀ ਮੂਰਤੀ ਦੇ ਵਿੱਚ ਹੈ। ਸਭ ਖਲਕ ਤਮਾਸੇ ਆਈ ਏ, ਸਾਰੀ ਖਲਕਤ ਆ ਜਿਹੜੀ ਉਹ ਤਮਾਸ਼ਾ ਵੇਖਣ ਆਈ ਆ। ਮੇਰੇ ਬਾਬਾ ਮੈਂ ਬੌਰਾ, ਸਭ ਖਲਕ ਸਿਆਣੀ ਮੈਂ ਬੌਰਾ। ਇਹ ਸਾਰੀ ਦੁਨੀਆ ਆਪਣੇ ਆਪ ਹੀ ਸਿਆਣੀ ਹੈ, ਮੈਂ ਬੌਰਾ ਹਾਂ। ਦੀਨ ਦੁਨੀਆ ਏਕ ਤੂੰ ਹੀ, ਸਭ ਖਲਕ ਹੀ ਤੇ ਪਾਕ। ਦੀਨ ਦੁਨੀਆ ਦੇ ਵਿੱਚ ਸਾਧ ਸੰਗਤ ਜੀ ਉਹ ਪਰਮਾਤਮਾ ਹੀ ਹੈ ਜਿਹੜਾ ਖਲਕ ਤੋਂ ਪਾਕ ਹੈ। ਪਰ ਭਗਤ ਜੀ ਕਹਿੰਦੇ ਨੇ ਹੱਕ ਸੱਚ ਖਾਲਕ ਖਲਕ ਮਿਆਨੇ, ਸਿਆਮ ਮੂਰਤ ਨਾਏ। ਖਲਕ ਤੋਂ ਭਾਵ ਖਲਕਤ ਲੋਕ, ਸਦਾ ਕਾਇਮ ਰਹਿਣ ਵਾਲਾ ਰੱਬ ਖਲਕਤ ਵਿੱਚ ਵੀ ਵਸਦਾ ਏ। ਉਹ ਨਾ ਤਾਂ ਸੱਤਵੇਂ ਅਸਮਾਨ ਦੇ ਉੱਪਰ ਬੈਠਾ ਹੋਇਆ ਏ ਤੇ ਨਾ ਹੀ ਕਿਸੇ ਮੂਰਤ ਦੇ ਵਿੱਚ ਹੈ। ਅਸਮਾਨ ਮਿਹਾਨੇ ਲਹੰਗ ਦਰਿਆ, ਗੁਸਲ ਕਰ ਦਨ ਬੂਦ। ਅਸਮਾਨ ਤੋਂ ਭਾਵ ਆਕਾਸ਼, ਦਸਮ ਦਵਾਰ, ਅੰਤ ਹੈ ਕਰਨ ਮਨ। ਮਿਆਨੇ ਮਿਆਨ ਅੰਦਰ, ਲੰਗਾ ਲਹੰਗ ਲੰਘਦਾ ਹੈ ਵਗਦਾ ਹੈ ਦਰਿਆ। ਸਰਬ ਵਿਆਪਕ ਪ੍ਰਭੂ ਰੂਪ ਨਦੀ, ਗੁਸਲ ਇਸਨਾਨ ਕਰਦਨ ਬੂਦ। ਕਰਦਨੀ ਬੂਦ ਕਰਨਾ ਚਾਹੀਦਾ ਹੈ। ਸੱਤਵੇਂ ਅਸਮਾਨ ਦੇ ਵਿੱਚ ਬੈਠਾ ਸਮਝਣ ਦੀ ਥਾਂ ਹੈ ਭਾਈ ਉਹ ਪ੍ਰਭੂ ਰੂਪ ਦਰਿਆ। ਅੰਤ ਹੈ ਕਰਨ ਦੇ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਦੇ ਵਿੱਚ ਤੈਨੂੰ ਜਿਹੜਾ ਇਸਨਾਨ ਕਰਨਾ ਸੀ। ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਕਰ ਫਕਰ ਦਾਇਮ ਲਾਏ ਚਸ਼ਮੇ ਹੈ, ਜਹ ਤਹਾਂ ਮੌਜੂਦ। ਫਕਰ ਤੋਂ ਭਾਵ ਫਕੀਰੀ ਬੰਦਗੀ ਵਾਲਾ ਜੀਵਨ। ਚਸ਼ਮੇ ਐਨਕਾਂ ਜਹ ਤਹਾਂ ਹਰ ਥਾਂ ਤੇ। ਭਗਤ ਜੀ ਇਸ ਪੰਕਤੀ ਦੇ ਅੰਦਰ ਬਖਸ਼ਿਸ਼ ਕਰਦੇ ਨੇ ਮੌਜੂਦ ਤੋਂ ਭਾਵ ਹਾਜ਼ਰ ਪ੍ਰਤੱਖ। ਸੋ ਉਸ ਦੀ ਬੰਦਗੀ ਕਰ, ਕਿਸ ਦੀ? ਪਰਮਾਤਮਾ ਦੀ, ਅਕਾਲ ਪੁਰਖ ਵਾਹਿਗੁਰੂ ਦੀ। ਇਹ ਭਗਤੀ ਦੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਭਗਤੀ ਦੀ ਐਨਕ ਲਾ ਕੇ ਵੇਖ। ਦੂਸਰੀ ਜਿਹੜੀ ਐਨਕ ਆ ਸਾਧ ਸੰਗਤ ਜੀ, ਸ਼ੱਕ ਦੀ ਐਨਕ, ਤਰਕ ਦੀ ਐਨਕ, ਜਿਹੜੀ ਖੋਪਿਆਂ ਵਾਲੀ, ਵੱਡਿਆਂ ਵੱਡਿਆਂ ਵਾਲੀ ਕਈ ਗਿਆਨਾ ਸਿੰਘ ਚੜਾਈ ਫਿਰਦੇ ਨੇ। ਭਗਤ ਜੀ ਕਹਿੰਦੇ ਨੇ ਕਿ ਉਹਨਾਂ ਨੂੰ ਲਾ ਕੇ ਵੇਖੋ। ਭਗਤੀ ਦੀ ਐਨਕ ਦੇ ਨਾਲ ਵੇਖੋ, ਉਹ ਹਰ ਥਾਂ ਮੌਜੂਦ ਹੈ। ਜਹ ਧਿਰ ਦੇਖਾਂ ਤਹ ਧਿਰ ਮੌਜੂਦ। ਸ੍ਰੀ ਰਾਗ ਦੇ ਅੰਦਰ ਵੀ ਪਾਤਸ਼ਾਹ ਕਹਿੰਦੇ ਨੇ ਵੀ ਮੈਂ ਤਾਂ ਜਿੱਧਰ ਜਿੱਧਰ ਨਿਗਾਹ ਮਾਰਦਾ, ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਮੈਂ ਤਾਂ ਜਿੱਧਰ ਜਿੱਧਰ ਨਿਗਾਹ ਮਾਰਦਾ, ਮੈਨੂੰ ਤਾਂ ਉਸੇ ਧਿਰ ਦੇ ਵਿੱਚ, ਉਸੇ ਪਾਸੇ ਹੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹਾਜ਼ਰ ਨਾਜ਼ਰ ਕਣ ਕਣ ਦੇ ਵਿੱਚ ਮੌਜੂਦ ਦਿਖਾਈ ਦੇ ਰਿਹਾ। ਭਗਤ ਜੀ ਵੀ ਕਹਿੰਦੇ ਨੇ ਕਿ ਕਰ ਫਕਰ ਲਾਏ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ। ਸੋ ਉਸ ਦੀ ਬੰਦਗੀ ਕਰ, ਤਰਕ ਨਾ ਕਰ, ਭਗਤੀ ਕਰ। ਭਗਤੀ ਦੀ ਐਨਕ ਲਾ ਕੇ ਵੇਖ, ਤਰਕ ਦੀ ਐਨਕ ਲਾ ਦੇ ਤਾਂ ਉਹ ਤੈਨੂੰ ਹਰ ਥਾਂ ਮੌਜੂਦ ਦਿਸੇਗਾ। ਦਾਇਮ ਕਹਿੰਦੇ ਨੇ ਹਮੇਸ਼ਾ, ਕਾਇਮ ਦਾਇਮ ਸਦਾ ਪਾਤਸ਼ਾਹੀ। ਗੌੜੀ ਰਾਗ ਦੇ ਅੰਦਰ ਰੱਬ ਦੇ ਅੰਦਰ ਬਖਸ਼ਿਸ਼ ਕਰਦੇ ਨੇ ਕਾਇਮ ਦਾਇਮ ਸਦਾ ਪਾਤਸ਼ਾਹੀ। ਪਾਤਸ਼ਾਹੀ ਨੇ ਸਦਾ ਕਾਇਮ ਰਹਿਣਾ, ਸਾਧ ਸੰਗਤ ਜੀ ਦਾਇਮ ਰਹਿਣਾ ਹੈ। ਇਸ ਕਰਕੇ ਅਗਲੀ ਪੰਕਤੀ ਦੇ ਅੰਦਰ ਆਓ ਆਪਾਂ ਜੁੜਨ ਦਾ ਯਤਨ ਕਰੀਏ। ਅੱਲਾ ਪਾਕੰਗ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਅੱਲਾ ਪਾਕੰਗ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਅੱਲਾ ਤੋਂ ਭਾਵ ਸਾਧ ਸੰਗਤ ਜੀ ਰੱਬ। ਪਾਕੰਗ ਪਾਕ ਪਵਿੱਤਰ ਤੋਂ ਪਵਿੱਤਰ, ਭਾਵ ਸਭ ਤੋਂ ਪਵਿੱਤਰ।
ਸਕ ਭਰਮ ਕਰੂੰ ਮੈਂ ਕਰਾਂ ਦੂਸਰੋ ਸਵਰਗਾ ਕੋਈ ਹੋਰ ਦੂਜਾ। ਰੱਬ ਸਭ ਤੋਂ ਪਵਿੱਤਰ ਹਸਤੀ ਹੈ, ਉਸ ਤੋਂ ਪਵਿੱਤਰ ਕੋਈ ਹੋਰ ਨਹੀਂ ਹੈ। ਇਸ ਗੱਲ ਦੇ ਵਿੱਚ ਮੈਂ ਤਾਂ ਸ਼ੱਕ ਕਰਾਂ ਜੇ ਉਸ ਰੱਬ ਵਰਗਾ ਕੋਈ ਹੋਰ ਦੂਜਾ ਹੋਵੇ। ਇਸ ਗੱਲ ਦੇ ਵਿੱਚ ਮੈਂ ਤਾਂ ਸ਼ੱਕ ਕਰਾਂ ਸਾਧ ਸੰਗਤ ਜੀ, ਉਸ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਰਗਾ ਕੋਈ ਹੋਰ ਦੂਜਾ ਹੋਵੇ। ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਕਰਮ ਕਹਿੰਦੇ ਨੇ ਬਖਸ਼ਿਸ਼ ਨੂੰ, ਕਰੀਮ ਬਖਸ਼ਿਸ਼ ਕਰਨ ਵਾਲਾ ਉਹ ਸੋ ਪ੍ਰਭੂ ਸੋਏ। ਉਹ ਮਨੁੱਖ ਜਿਸ ਉੱਤੇ ਪ੍ਰਭੂ ਬਖਸ਼ਿਸ਼ ਕਰਦਾ ਹੈ। ਹੇ ਕਬੀਰ, ਇਹ ਭੇਤ ਉਸ ਮਨੁੱਖ ਨੂੰ ਸਮਝਣਾ ਚਾਹੀਦਾ ਹੈ ਤੇ ਉਹੀ ਮਨੁੱਖ ਸਮਝ ਸਕਦਾ ਏ ਜਿਸ ਨੂੰ ਉਹ ਸਮਝਣ ਦੇ ਯੋਗ ਬਣਾਉਂਦਾ ਏ। ਭਾਵ ਜਿਸ ਮਨੁੱਖ ਦੇ ਉੱਪਰ, ਜਿਸ ਜੀਵ ਦੇ ਉੱਪਰ ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪ ਕਿਰਪਾ ਰਹਿਮਤ ਬਖਸ਼ਿਸ਼ ਕਰਦਾ ਏ। ਸਾਧ ਸੰਗਤ ਜੀ, ਇਹ ਸਨ ਅੱਜ ਦੇ ਪਾਵਨ ਹੁਕਮ ਦੇ ਅਖਰੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ, ਦਾਸਰਿਆਂ ਤੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਹੋ ਗਈਆਂ ਹੋਣਗੀਆਂ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ